ਕਰੋਨਾ ਵਾਇਰਸ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਾ ਹੈ। ਇਸ ਨੂੰ ਲੈ ਕੇ ਅਲੱਗ ਤਰੀਕੇ ਦੇ ਪੈਨਿਕ ਜਿਹੜੇ ਹਨ ਉਹ ਸੋਸ਼ਲ ਮੀਡੀਆ ਤੇ WhatsApp ਦੇ ਜ਼ਰੀਏ ਚੱਲ ਰਹੇ ਹਨ। ਅੱਜ ਸਾਡੇ ਨਾਲ ਕਈ ਸਾਰੇ ਡਾਕਟਰ ਜੁੜੇ ਹਨ। ਡਾਕਟਰ ਵਿਸ਼ਾਲ ਬਾਂਬੀ ਨੇ ਐਲੋਪੈਥੀ ਮੈਡੀਸਨ ਰਿਲੇਟਿਡ ਨੇ, ਇਸ ਤੋਂ ਇਲਾਵਾ ਡਾਈਟੀਸ਼ੀਅਨ ਨੇ ਮੈਡਮ ਸੁਨੀਤਾ ਮਲਹੋਤਰਾ ਨੇ, ਤੇ ਨਾਲ ਹੀ ਡਾਕਟਰ ਰਵਿੰਦਰ ਨੇ ਜਿਹੜੇ ਐਡੀਸ਼ਨਲ ਪ੍ਰੋਫੈਸਰ ਨੇ ਸਕੂਲ ਆਫ ਪਬਲਿਕ ਹੈਲਥ ਤੇ। ਗੱਲਬਾਤ ਕਰਾਂਗੇ ਕਿ ਕਿਉਂਕਿ ਅਕਸਰ ਪੈਨਿਕ ਜਿਹੜਾ ਅੱਜ ਦੀ ਇੰਟਰਵਿਊ ਕਰਨ ਦਾ ਮਕਸਦ ਇਹ ਹੈ ਕਿ ਪੈਨਿਕ ਜਿਹੜਾ ਹੈ ਉਹ ਲੋਕਾਂ ਦਾ ਦੂਰ ਹੋਵੇ ਤੇ ਲੋਕਾਂ ਵਿੱਚ ਅਵੇਅਰਨੈਸ ਆਵੇ। ਗੱਲਬਾਤ ਪਹਿਲਾਂ ਕਰਦੇ ਡਾਕਟਰ ਵਿਸ਼ਾਲ ਜੀ ਨਾਲ। ਵਿਸ਼ਾਲ ਜੀ, ਅਕਸਰ ਇਹ ਗੱਲ ਆਉਂਦੀ ਹੈ ਸੋਸ਼ਲ ਮੀਡੀਆ ਤੇ WhatsApp ਤੇ ਚੱਲ ਰਹੀ ਹੈ, ਕਿਸੇ ਨੇ ਛਿੱਕ ਮਾਰਤੀ ਬਈ ਕੋਰੋਨਾ ਵਾਇਰਸ ਹੋ ਗਿਆ। ਇਹ ਥੋੜੀ ਗੱਲ ਕਲੀਅਰ ਕਰੋ। नहीं नहीं एक्चुअली बिल्कुल ठीक मतलब ठीक नहीं है गल। एक्चुअली ਜਿਹੜਾ कोरोना वायरस है वो कोरोना वायरस इन्फेक्टेड पेशेंट तो ही हो सकता है। एंड ये चीज़ मैं बहुत क्लियर करना चाहता कि सिर्फ कोल्ड होना, नक वगना, छिक मारना दैट इज़ नॉट ए सिम्पटम ऑफ कोरोना वायरस। ਉਹਦੇ ਨਾਲ ਨਹੀਂ ਆਪਾਂ ਕਹਿ ਸਕਦੇ ਕਿਸੇ ਨੂੰ कोरोना वायरस हो गया, बिकॉज कोरोना वायरस ਜਿਹੜੀ फैमिली है वो सारी कॉमन कोल्ड करती हैगी है। ਹੋਰ ਵੀ ਬਹੁਤ ਸਾਰੇ ਵਾਇਰਸ ਹੈ ਜਿਹੜੇ ਕਰਦੇ ਹੈ, ਪਰ ਉਹਨਾਂ ਨਾਲ ਕੋਈ ਇੰਨੀ ਪ੍ਰੋਬਲਮ ਨਹੀਂ ਹੁੰਦੀ ਸਾਨੂੰ। ਵੀ ਹੈਵ ਬੀਨ ਡੀਲਿੰਗ ਵਿਦ ਕੋਲਡ ਐਂਡ कोरोना वायरस ऑल द टाइम। ਜੇ ਕਿਸੇ ਨੂੰ फीवर है या कफ है, खांसी है या ब्रीदिंग प्रॉब्लम है और ਉਹਦਾ कॉन्टैक्ट किसी नोन कोरोना वायरस पेशेंट ਨਾਲ ਹੋਇਆ ਹੈ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਉਹ कोरोना वायरस सस्पेक्ट ਹੈ ਜਾਂ ਉਹਨੇ ट्रैवल ਕੀਤਾ ਇਸ ਜੀ ਜਗ੍ਹਾ ਤੋਂ ਜਿੱਥੋਂ ਦੀ कोरोना वायरस ਕੇਸਿਸ ਬਹੁਤ ਸੀਗੇ, ਤਾਂ ਆਪਾਂ ਕਹਿ ਸਕਦੇ ਹਾਂ। ਐਦਾਂ ਨਹੀਂ ਕਿ ਕਿਸੇ ਨੇ ਇੰਡੀਆ 'ਚ ਚੰਡੀਗੜ੍ਹ ਦੇ ਵਿੱਚ ਕਿਸੇ ਨੇ ਛਿੱਕ ਮਾਰਤੀ ਜਾਂ ਕਿਸੇ ਨੇ ਕੋਲਡ ਹੋ ਗਿਆ ਤੇ ਉਹਨੂੰ कोरोना वायरस ਹੋ ਗਿਆ। ਇਹ ਬਿਲਕੁਲ ਗਲਤ ਹੈ। ਮਤਲਬ ਕਿਸ ਤਰੀਕੇ ਨਾਲ ਚੈੱਕ ਹੁੰਦਾ ਹੈ ਕਿ ਅਗਰ ਕਦੋਂ ਇੱਕ ਪੇਸ਼ੈਂਟ ਲੱਗੇਗਾ ਕਿ ਹਾਂ ਸਾਨੂੰ, ਕਿਉਂਕਿ ਇਹ ਵਾਇਰਸ ਇਸ ਤਰੀਕੇ ਦੇ ਹੈ ਕਿਉਂਕਿ ਹੁਣ ਅੱਗੋਂ ਸੀਜ਼ਨਲ ਬੁਖਾਰ ਵੀ ਸ਼ੁਰੂ ਹੋ ਜਾਏਗਾ, ਲੋਕੀ ਕਹਿਣਗੇ ਸ਼ਾਇਦ ਉਹ ਸੀਜ਼ਨਲ ਬੁਖਾਰ ਹੈ, ਕਿ ਇਹ ਚੀਜ਼ਾਂ ਦਾ ਵੀ ਭਰਮ ਜਿਹੜਾ ਸੋ ਬਿਲਕੁਲ ਸਿਰਫ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਪਹਿਲੀ ਗੱਲ ਕਿ ਉਹ ਪੇਸ਼ੈਂਟ ਨੂੰ, ਜਿਹੜਾ ਵੀ ਪੇਸ਼ੈਂਟ ਸਾਡੇ ਕੋਲ ਫੀਵਰ, ਖਾਂਸੀ ਜਾਂ ਕੋਈ ਬਰੀਥਿੰਗ ਪ੍ਰੋਬਲਮ ਨਾਲ ਆਉਂਦਾ ਹੈ ਜਾਂ ਗਲਾ ਖਰਾਬ ਨਾਲ, ਅਸੀਂ ਉਹਨੂੰ ਇਹ ਪੁੱਛਦੇ ਹਾਂ ਕਿ ਤੁਸੀਂ ਪਿਛਲੇ 14 ਦਿਨ ਦੇ ਵਿੱਚ ਟਰੈਵਲ ਕੀਤਾ ਹੈ ਪੂਰੇ ਵਰਲਡ ਦੇ ਵਿੱਚ ਕਿਸੇ ਜਗ੍ਹਾ ਤੇ, ਇਹੋ ਜਿਹੀ ਜਗ੍ਹਾ ਤੇ ਜਿੱਥੇ ਕੋਰੋਨਾ ਵਾਇਰਸ ਪੇਸ਼ੈਂਟ ਸੀਗੇ। ਅਗਰ ਤਾਂ ਉਹ ਕਹਿੰਦੇ ਹਾਂ ਤੇ ਫਿਰ ਆਪਾਂ ਕੋਰੋਨਾ ਵਾਇਰਸ ਦੇ ਬਾਰੇ ਸੋਚ ਸਕਦੇ ਹਾਂ। ਜਾਂ ਉਹ ਪੇਸ਼ੈਂਟ ਦਾ ਕੋਈ ਰਿਲੇਟਿਵ ਜਾਂ ਕੋਈ ਉਹਦਾ ਫੈਮਿਲੀ ਮੈਂਬਰ ਕੋਰੋਨਾ ਵਾਇਰਸ ਨਾਲ ਇੰਡੀਆ 'ਚ ਡਿਟੈਕਟ ਹੋਇਆ ਹੈ ਵਿਦ ਇਨ ਲਾਸਟ 14 ਡੇਜ਼ ਔਰ ਉਹਨੂੰ ਇਹ ਸਿੰਪਟਮਸ ਹੈ, ਤਾਂ ਆਪਾਂ ਕੋਰੋਨਾ ਵਾਇਰਸ ਸਸਪੈਕਟ ਕਰਾਂਗੇ, ਨਹੀਂ ਤਾਂ ਨਹੀਂ। ਬਿਲਕੁਲ ਇਹ ਗੱਲ ਧਿਆਨ ਦੇਣ ਦੀ ਲੋੜ ਹੈ ਕਿ ਅਗਰ ਕਿਸੇ ਨੇ ਛਿੱਕ ਮਾਰਤੀ ਜਾਂ ਅੱਗੋਂ ਹੁਣ ਮਾਰਚ ਮਹੀਨਾ ਹੈ, ਸੀਜ਼ਨਲ ਬੁਖਾਰ ਹੋ ਜਾਂਦਾ ਹੈ, ਜ਼ੁਕਾਮ ਕਿਸੇ ਨੂੰ ਹੋ ਜਾਂਦਾ ਹੈ, ਉਹ ਕੋਰੋਨਾ ਵਾਇਰਸ ਨਹੀਂ ਹੈ। ਤੁਹਾਨੂੰ ਪੂਰੀ ਸਟੱਡੀ ਉਹ ਦੇਖਣੀ ਪਏਗੀ। ਡਾਕਟਰਸ ਕੋਲ ਜਾਓਗੇ, ਤੁਸੀਂ ਉਹਨਾਂ ਨੂੰ ਦੱਸੋ ਕਿ ਕਦੀ ਤੁਸੀਂ ਫੋਰਨ ਦੇ ਵਿੱਚ ਨਹੀਂ ਗਏ, ਉਸ ਤੋਂ ਬਾਅਦ ਇਹ ਡਿਸਾਈਡ ਕੀਤਾ ਜਾਏਗਾ, ਤੁਹਾਡੀ ਰਿਪੋਰਟ ਲਿੱਤੀ ਜਾਏਗੀ। ਲੇਕਿਨ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ, ਪਬਲਿਕ ਹੈਲਥ ਨਾਲ ਵੀ ਰਿਲੇਟਡ ਹੈ। ਅੱਜ ਕੱਲ੍ਹ ਇਹ ਹੈ ਮਾਸਕ ਜਿਹੜਾ 2 ਰੁਪਏ ਦਾ ਵਿਕਦਾ ਸੀ ਨਾ, ਉਹ 20 ਰੁਪਏ ਦਾ ਹੋ ਗਿਆ। ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ, ਮੇਰੇ ਬੱਚੇ ਨੇ ਕਿਹਾ ਕਿ ਤੂੰ ਆਪਾਂ ਮਰ ਤਾਂ ਨਹੀਂ ਜਾਵਾਂਗੇ। ਇਹ ਪੈਨਿਕ ਜਿਹੜਾ ਲੋਕਾਂ ਦੇ ਵਿੱਚ ਆ ਗਿਆ, ਇਸ ਨੂੰ ਕਿੱਦਾਂ दूर कर रहे हो? देखिए, जो कोरोना वायरस है उसका पैनिक बहुत ज़्यादा हो चुका है। सबसे अहम बात ये जानने की ज़रूरत है कि हमारा प्रिवेंशन ज़रूरी है, लेकिन प्रिवेंशन किसको, जिसको अगर खांसी जुकाम हो गया है वो लगाए मास्क। बाकी आम जनता को मास्क लगाने की ज़रूरत नहीं है, ताकि वो दूसरे के जो हमारा कहते हैं कि इन्फेक्शन को फैला ना सके थ्रू ड्रॉपलेट्स और थ्रू एयर बेसिकली। तो ये हम बचा रहे हैं। और सबसे अहम बात यह है कि हम जो हमारी ट्रेडिशनल विजडम से हमने सीखा है, सत श्री अकाल, सलाम, नमस्ते, हम इसके द्वारा अभिवादन करें, ताकि जो हमारा टच है जिसके द्वारा ये फैलता है या और भी वायरस फैलते हैं, हम उससे बचाव सकें अपने आप को। हर किसी ਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈ, ये तो कहना है? मेरा ये निश्चित रूप से कहना है कि हर किसी को मास्क लगाने की ज़रूरत नहीं है। दूसरी चीज़, ये जो डिमांड बढ़ी है इसकी बिल्कुल चिंता ना करें, हमारे पास पूरी मात्रा में मास्क अवेलेबल हैं। भारत सरकार बहुत अच्छे तरीके से इसकी तैयारी कर रही है। जो हॉस्पिटल हैं उनमें इसकी पूरी प्रिपेयर्डनेस है। इसके लिए बहुत पहले लोगों को बेसिकली डिजास्टर मैनेजमेंट की ट्रेनिंग दी गई थी, जिसको मेडिकल प्रिपेयर्डनेस कहते हैं। तो वो भी सभी तरह की बीमारियों, खासतौर पे बायोलॉजिकल डिजास्टर अगर हम कह देते हैं, तो उसके लिए भी वो जो तैयारियां चाहिए वो हर जिले हर जगह ਪੂਰੀ ਤਰ੍ਹਾਂ ਸੇ ਹੈ। ਤਿਆਰੀਆਂ ਆਪਣੇ ਲੈਵਲ ਤੇ ਕੀਤੀਆਂ ਜਾ ਰਹੀਆਂ। ਇੱਕ ਹੋਰ ਸੀ ਕਿ ਜਦੋਂ ਇੱਥੋਂ ਰਿਪੋਰਟ ਜਾਂਦੀ ਸੀ ਉਹ 6-7 ਦਿਨ ਲੱਗ ਜਾਂਦੇ ਸੀ। ਕਿਆ ਹੁਣ PGI ਦੇ ਵਿੱਚ ਇਦਾਂ ਦੀ ਫੈਸਿਲਿਟੀ ਤਿਆਰ ਹੋ ਗਈ ਹੈ कि ਜਦੋਂ ਵੀ ਕੋਈ ਰਿਪੋर्ट किसी ਦੀ जाएगी उन्होंने जल्दों जल्द मिल जाएगी? देखिए, बहुत अच्छी खबर है कि PGI में कोरोना वायरस की जांच शुरू हो गई है। तो जो हमें 6 से 7 दिन लगते थे, अब वो हमें 3 से 4 घंटे में रिपोर्ट मिल जाएगी। ये जो हमारी एनेक्सिटी है या हमारे अंदर जो तनाव बढ़ता है कि भाई 7 दिन में रिपोर्ट आ रही है, तब तक एक न्यूज़ में भी हवा सी बनी रहती है कि कोरोना कोरोना, तो वो एकदम अब हम एड्रेस कर सकेंगे कि जो कॉमन फ्लू है या कॉमन कोल्ड है या कोई और कारण है,
या कोरोना है। तो इससे हमारे जो हम कह सकते हैं कि हमारे नॉर्थ जोन में ये जो कैपेसिटी बनी है ये बहुत यूज़फुल होगी। ਬਿਲਕੁਲ ਡਾਕਟਰ ਰਵਿੰਦਰ ਨੇ ਬੜੀ ਚੰਗੀ ਗੱਲ ਕੀਤੀ। ਪੈਨਿਕ ਦੀ ਲੋੜ ਨਹੀਂ, ਹਰ ਕਿਸੇ ਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈਗੀ ਏ। ਤੇ ਨਾਲ ਹੀ ਅਗਰ ਕਿਸੇ ਨੂੰ ਇਸ ਤਰੀਕੇ ਦੀ ਇਨਫੈਕਸ਼ਨ ਆਂਦਾ ਹੈ ਤਾਂ ਰਿਪੋਰਟ ਵੀ ਜਿਹੜੀ ਹੈ ਉਹ ਹੁਣ ਜਲਦ ਮਿਲ ਜਾਏਗੀ। ਇਸ ਦੇ ਵਿੱਚ ਇਹ ਵੀ ਕਈ ਸਾਰੀ ਜ਼ਿਕਰ ਆਉਂਦਾ ਹੈ ਕਿ ਅਗਰ ਤੁਹਾਡਾ ਇਮਿਊਨ ਸਿਸਟਮ ਜਿਹੜਾ ਉਹ ਚੰਗਾ ਹੈ, ਤੁਹਾਡਾ ਖਾਣਾ ਪੀਣਾ ਚੰਗਾ ਹੈ, ਤਾਂ ਤੁਸੀਂ ਇਸ ਵਾਇਰਸ ਤੋਂ ਬਚ ਸਕਦੇ ਹੋ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੁਨੀਤਾ ਮਲਹੋਤਰਾ ਮੈਮ, ਡਾਈਟ ਜਿਹੜੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਇਮਿਊਨ ਸਿਸਟਮ ਜਿਹੜਾ ਉਹ ਸਾਰਿਆਂ ਨਾਲ ਪਹਿਲਾਂ ਇਫੈਕਟ ਕਰਦਾ ਹੈ ਜਾਂ ਉਸ ਕੰਟਰੋਲ ਕਰਦਾ ਹੈ। ਕੀ ਕੁਝ ਡਾਈਟ ਲੈਣੀ ਚਾਹੀਦੀ ਹੈ ਬਚਾਅ ਵਾਸਤੇ? ਦੇਖੋ, ਡਾਈਟ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦਾ, ਸਟਰੈਂਥਨ ਕਰਨ ਦਾ। ਉਹਦੇ ਵਾਸਤੇ ਅਸੀਂ ਕਹਿੰਦੇ ਆ ਕਿਉਂਕਿ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਉਹ ਵਿਟਾਮਿਨ ਸੀ ਦੇ ਰਾਹੀਂ ਸਟਰੋਂਗ ਹੁੰਦਾ ਹੈ। ਵਿਟਾਮਿਨ ਸੀ ਚੀਜ਼ਾਂ ਜਿਵੇਂ ਆਮਲੇ ਵਿੱਚ ਪਾਇਆ ਜਾਂਦਾ ਹੈ, ਅਮਰੂਦ ਵਿੱਚ ਹੈ, ਨਿੰਬੂ ਵਿੱਚ ਹੈ, ਹਰੀਆਂ ਸਬਜ਼ੀਆਂ ਵਿੱਚ ਹੈ, ਬਰੋਕਲੀ ਵਿੱਚ ਹੈਗਾ, ਬੈਲ ਪੈਪਰਸ ਵਿੱਚ ਹੈ। ਅਤੇ ਅਸੀਂ ਉਹਦਾ ਡੇ ਟੂ ਡੇ ਉਹਦੇ ਵਿੱਚ ਯੂਜ਼ ਕਰਨਾ। ਇਹ ਨਹੀਂ ਵੀ ਅੱਜ ਇੱਕ ਸੰਤਰਾ ਖਾ ਲਿਆ ਸਾਡੀ ਇਮਿਊਨਿਟੀ ਵੱਧ ਜਾਏਗੀ, ਸਾਨੂੰ ਰੈਗੂਲਰ ਉਹਦਾ ਯੂਜ਼ ਕਰਨਾ ਪਏਗਾ। ਦੂਸਰਾ, ਸਾਨੂੰ ਇਹ ਖਿਆਲ ਰੱਖਣਾ ਪਏਗਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਬਾਹਰ ਦਾ ਕੋਈ ਵੀ ਕੱਚਾ ਖਾਣਾ ਅਵੋਇਡ ਕਰੀਏ। ਬਾਹਰ ਦਾ ਖਾਣਾ ਸਾਨੂੰ ਟੋਟਲੀ ਮਤਲਬ ਨਹੀਂ ਲੈਣਾ ਪਏਗਾ ਔਰ ਘਰ ਦਾ ਅੱਛੀ ਤਰ੍ਹਾਂ ਬਣਿਆ ਹੋਇਆ ਖਾਣਾ, ਸਾਫ਼ ਸੁਥਰਾ ਖਾਣਾ, ਹੈਲਦੀ ਖਾਣਾ ਜਿਹਦੇ ਵਿੱਚ ਦਾਲ, ਸਬਜ਼ੀ, ਸਲਾਦ ਵੀ ਤੁਸੀਂ ਲੈ ਸਕਦੇ ਹੋ। ਉਹਦੇ ਵਿੱਚ ਵੀ ਡਰਨ ਦੀ ਲੋੜ ਨਹੀਂ ਕਿ ਅਸੀਂ ਕੱਚੀ ਚੀਜ਼ ਨਹੀਂ ਖਾਣੀ, ਬਟ ਸਾਫ਼ ਹੋਣੀ ਚਾਹੀਦੀ ਹੈ। ਠੀਕ ਹੈ। ਦੂਸਰਾ ਇਹ ਹੈ ਵੀ ਅਸੀਂ ਆਪਣੇ ਖਾਣੇ ਦੇ ਨਾਲ ਨਾਲ ਪਾਣੀ ਦਾ ਵੀ ਖਿਆਲ ਰੱਖਣਾ। ਸਾਡੇ ਪਾਣੀ ਦੀ ਮਾਤਰਾ 15 ਤੋਂ 20 ਗਲਾਸ, 12 ਜ਼ਰੂਰ ਲੈਣਾ ਪਏਗਾ ਸਾਨੂੰ। ਔਰ ਦੂਸਰਾ ਇਹ ਹੈ ਵੀ ਇਹਨਾਂ ਦਿਨਾਂ ਵਿੱਚ ਤੁਸੀਂ ਦਹੀਂ ਦਾ, ਕੇਲੇ ਦਾ ਇਸਤੇਮਾਲ ਅੱਛੇ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਪ੍ਰੋਬਾਇਓਟਿਕ ਹੁੰਦੇ ਹੈ ਅਤੇ ਪ੍ਰੋਬਾਇਓਟਿਕ ਸਾਡੇ ਜਿਹੜਾ ਇਮਿਊਨ ਸਿਸਟਮ ਨੂੰ ਹੈ ਉਹਨੂੰ ਐਨਹਾਂਸ ਕਰਦੇ ਹੈ। ਪ੍ਰੋਬਾਇਓਟਿਕ ਸਾਡੇ ਗਟ ਫੰਕਸ਼ਨ ਨੂੰ ਠੀਕ ਕਰਦੇ ਹੈ। ਸੋ ਇਹਨਾਂ ਚੀਜ਼ਾਂ ਦੇ ਰਾਹੀਂ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰ ਸਕਦੇ ਹਾਂ। ਫਾਸਟ ਫੂਡ ਦਾ ਬੜਾ ਟ੍ਰੈਂਡ ਚੱਲ ਰਿਹਾ। ਕੀ ਕਹਿਣਾ ਹੈ ਕਿ ਜਦੋਂ ਤੱਕ ਇਹ ਵਾਇਰਸ ਖਤਮ ਨਹੀਂ ਹੋ ਜਾਂਦਾ ਜਾਂ ਇਹ ਜਿਸ ਤਰੀਕੇ ਦਾ ਭਰਮ ਫੈਲਿਆ ਹੋਇਆ ਹੈ, ਫਾਸਟ ਫੂਡ ਅਵਾਇਡ ਕਰਨਾ ਚਾਹੀਦਾ? ਮੈਂ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਸਹਿਮਤ ਹਾਂ। ਫਾਸਟ ਫੂਡ ਨੂੰ ਸਾਨੂੰ ਇਹਨਾਂ ਦਿਨਾਂ ਵਿੱਚ, ਵੈਸੇ ਵੀ ਫਾਸਟ ਫੂਡ ਇੱਕ ਰਿਫਾਈਨਡ ਫਲਾਰ ਐਂਡ ਸਾਲਟ ਐਂਡ ਸ਼ੂਗਰ ਦੀ ਉਹਦੇ ਵਿੱਚ ਕੁਆਂਟੀਟੀ ਜ਼ਿਆਦਾ ਹੁੰਦੀ ਹੈ ਜਿਹੜਾ ਕਿ ਅੱਜ ਕੱਲ੍ਹ ਦੂਜੀ ਡਿਜ਼ੀਜ਼ਸ ਨੂੰ, ਨਾਨ ਕਮਿਊਨੀਕੇਬਲ ਡਿਜ਼ੀਜ਼ਸ ਨੂੰ ਵੀ ਵਧਾ ਰਿਹਾ ਹੈ। ਬਟ ਇਹਨਾਂ ਦਿਨਾਂ ਵਿੱਚ ਫਾਸਟ ਫੂਡ ਵਿੱਚ ਸੈਲਡਸ ਪਾਉਂਦੇ ਹੈ ਜਾਂ ਦੂਸਰੀ ਤਰ੍ਹਾਂ ਦੀ ਸੌਸੇਜ ਜਾਂ ਇੰਗਰੀਡੀਐਂਟਸ ਪਾਉਂਦੇ ਹੈ, ਉਹ ਸਾਡੀ ਹੈਲਥ ਵਾਸਤੇ ਅੱਛੇ ਨਹੀਂ ਹੈ। ਸੋ ਬਾਹਰ ਦਾ ਅਨਕੁਕਡ ਫੂਡ, ਰॉ ਫੂਡ, ਉਹ ਸਾਨੂੰ ਅਵੋਇਡ ਕਰਨਾ ਪਏਗਾ। ਫੂਡ ਅਵਾਇਡ ਕਰਨਾ, ਬਿਲਕੁਲ। ਡਾਕਟਰ ਸਾਹਿਬ, ਇੱਕ ਬੜਾ ਸਵਾਲ ਜਿਹੜਾ ਹੈ ਉਹ ਲੋਕਾਂ ਦੇ ਆਮ ਚਰਚਾ ਬਣਿਆ ਹੈ ਕਿ ਗਰਮੀ ਆ ਗਈ ਹੈ, ਹੁਣ ਤਾਂ ਇਨਫੈਕਸ਼ਨ ਰਹਿਣਾ ਨਹੀਂ ਹੈ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ, ਜਿੱਥੇ ਫੈਲਣਾ ਸੀ ਫੈਲ ਗਿਆ। ਹੁਣੇ ਆਪਾਂ ਡਾਕਟਰ ਬੈਨਰਜੀ ਨੂੰ ਸੁਣਿਆ, ਉਹਨਾਂ ਨੇ ਕਲੀਅਰਲੀ ਕਿਹਾ ਹੈ ਕਿ WHO ਨੇ ਵੀ ਕਿਹਾ ਹੈ ਕਿ ਇਸ ਵਾਇਰਸ ਦਾ ਇਸ ਤਰ੍ਹਾਂ ਨਹੀਂ ਹੈ ਕਿ ਇਹ ਗਰਮੀ ਨਾਲ ਖਤਮ ਹੋ ਜਾਏਗਾ। ਇਸ ਤਰ੍ਹਾਂ ਖਤਮ ਨਹੀਂ ਹੋਏਗਾ, ਸਾਨੂੰ ਬਾਕੀ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਇਹ ਗੱਲ ਕਹਿਣਾ ਬਿਲਕੁਲ ਠੀਕ ਨਹੀਂ ਹੈ ਕਿ ਸਿਰਫ ਗਰਮੀ ਆ ਗਈ ਤਾਂ ਵਾਇਰਸ ਖਤਮ ਹੋ ਜਾਏਗਾ। ਇਹ ਵਾਇਰਸ ਰਹੇਗਾ, ਸਾਨੂੰ ਪ੍ਰੋਪਰ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਸਿਰਫ ਟੈਂਪਰੇਚਰ ਨਾਲ ਨਹੀਂ ਖਤਮ ਹੋਣ ਵਾਲਾ ਵਾਇਰਸ। ਕਈ ਸਾਰੇ ਹਜੇ ਵੀ ਪੈਨਿਕ ਲੋਕਾਂ ਦੇ ਮਨ ਦੇ ਵਿੱਚ ਨੇ, ਕਈ ਸਾਰੇ ਸਵਾਲ ਹੈ। ਤੁਸੀਂ ਇੱਕ WhatsApp ਮੈਸੇਜ ਬੜਾ ਪੜ੍ਹਿਆ, ਹੱਥ ਮਿਲਾਉਣ ਦੀ ਗੱਲ ਹੁੰਦੀ ਹੈ, ਮਾਸਕ ਪਾਉਣ ਦੀ ਗੱਲ ਹੁੰਦੀ, ਨਮਸਤੇ ਦੀ ਗੱਲ ਹੁੰਦੀ ਹੈ। ਜਿਹੜੇ ਲੋਕਾਂ ਦੇ ਵਿੱਚ ਪੈਨਿਕ ਹੈ, ਕਿਉਂਕਿ ਤੁਸੀਂ ਵੀ ਦੱਸਿਆ ਕਿ ਜਦੋਂ ਪਹਿਲੀ ਵਾਰੀ ਕੋਈ ਪੇਸ਼ੈਂਟ ਤੁਹਾਡੇ ਕੋਲ ਆਇਆ ਸੀ ਮੁਹਾਲੀ ਦੇ ਵਿੱਚ, ਤੁਸੀਂ ਉਸਨੂੰ ਟ੍ਰੀਟ ਕੀਤਾ ਸੀ ਤੇ ਉਹ ਭੇਜ ਦਿੱਤਾ। ਕਿੱਦਾਂ ਦੇ ਪੈਨਿਕ ਲੋਕੀ ਲੈ ਕੇ ਆਉਂਦੇ ਨੇ ਅਤੇ ਕਿੱਦਾਂ ਤੋਂ ਬਚਣ ਦੀ ਲੋੜ? ਸੋ ਮੈਂ ਉਹੀ ਕਹਿ ਰਿਹਾ ਕਿ ਜਿਹੜੇ ਲੋਕ ਪੈਨਿਕ ਕਰਕੇ ਆਉਂਦੇ ਆ ਸਾਡੇ ਕੋਲ, ਸਾਡਾ ਜੌਬ ਹੈ ਕਿ ਉਹਨਾਂ ਨੂੰ ਰੀਅਸ਼ੋਰ ਕਰਨਾ, ਉਹਨਾਂ ਨੂੰ ਕਹਿਣਾ ਕਿ ਨਹੀਂ, ਘਬਰਾਉਣ ਦੀ ਲੋੜ ਨਹੀਂ ਹੈ। ਜਿਹੜੀ ਚੀਜ਼ ਮੈਂ ਪਹਿਲੇ ਕਹੀ ਸੀ ਕਿ ਜੇ ਉਹਨਾਂ ਦੀ ਕੋਰੋਨਾ ਵਾਇਰਸ ਪੇਸ਼ੈਂਟ ਨਾਲ ਕੰਟੈਕਟ ਦੀ ਹਿਸਟਰੀ ਹੈ ਜਾਂ ਟਰੈਵਲ ਦੀ ਹਿਸਟਰੀ ਹੈ, ਫਿਰ ਅਸੀਂ ਉਹਨੂੰ ਸੀਰੀਅਸਲੀ ਲੈਂਦੇ ਹਾਂ। ਅਸੀਂ ਉਹਨਾਂ ਨੂੰ ਗਵਰਨਮੈਂਟ ਫੈਸਿਲਿਟੀ ਟੈਸਟ ਕਰਾਉਣ ਵਾਸਤੇ ਕਹਿੰਦੇ ਹਾਂ। ਅਦਰਵਾਈਜ਼ ਅਸੀਂ ਉਹਨਾਂ ਨੂੰ ਸਿੰਪਟੋਮੈਟਿਕ ਟ੍ਰੀਟਮੈਂਟ ਜਿਹੜੀ ਵੀ ਪੈਰਾਸੀਟਾਮੋਲ ਹੈ ਜਾਂ ਹੋਰ ਮੈਡੀਸਿਨਸ ਹੈ ਜਾਂ ਐਂਟੀਬਾਇਓਟਿਕ ਹੈ ਉਹ ਦੇ ਕੇ ਆਰਾਮ ਨਾਲ ਘਰ ਭੇਜ ਦਿੰਦਾ। ਪਲੱਸ ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਸਾਰਾ ਪੈਨਿਕ ਹੈ ਕਿ ਆਪਾਂ ਨਾਨ ਵੈਜੀਟੇਰੀਅਨ ਚੀਜ਼ਾਂ ਨਹੀਂ ਖਾ ਸਕਦੇ, ਅੰਡਾ ਨਹੀਂ ਖਾ ਸਕਦੇ, ਚਿਕਨ ਨਹੀਂ ਖਾ ਸਕਦੇ, ਫਿਸ਼ ਨਹੀਂ ਖਾ ਸਕਦੇ। ਇਹ ਕਰੈਕਟ ਨਹੀਂ ਹੈ। ਤੁਸੀਂ ਨਾਨ ਵੈਜੀਟੇਰੀਅਨ ਫੂਡ ਖਾ ਸਕਦੇ ਹੋ ਪਰ ਉਹ ਕੁਕਡ ਹੋਣਾ ਚਾਹੀਦਾ ਹੈ। ਰॉ ਨਾਨ ਵੈਜੀਟੇਰੀਅਨ ਫੂਡ ਨਹੀਂ ਖਾਓ, ਕੱਚਾ ਜਿਹੜਾ ਹੈਗਾ, that is very very important। ਔਰ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਤੁਸੀਂ ਮਤਲਬ ਕਿਤੇ ਬਾਹਰ ਨਹੀਂ ਜਾ ਸਕਦੇ ਜਾਂ ਕੁਝ ਕਰ ਨਹੀਂ ਸਕਦੇ। ਮਤਲਬ ਤੁਸੀਂ ਲੋਕਲ ਕਿਸੇ ਜਗ੍ਹਾ ਜਾ ਸਕਦੇ ਹੋ। ਜ਼ਿਆਦਾ ਵੱਡੀ ਗੈਦਰਿੰਗਸ ਨਾ ਕਰੋ। ਟਰੈਵਲ, ਇੰਟਰਨੈਸ਼ਨਲ ਟਰੈਵਲ ਅਵੋਇਡ ਕਰੋ। ਨੈਸ਼ਨਲ ਟਰੈਵਲ ਜੇ ਅਸੈਂਸ਼ੀਅਲ ਹੈ, ਜ਼ਰੂਰੀ ਹੈ ਤਾਂ ਹੀ ਕਰੋ। ਔਰ ਜੇ ਤੁਹਾਨੂੰ ਕੋਲਡ ਕਫ ਹੋ ਗਿਆ ਤਾਂ ਮਾਸਕ ਪਾ ਕੇ ਰੱਖੋ। ਮਤਲਬ ਕਈ ਸਾਰੀ ਇਹ ਵੀ ਚੀਜ਼ਾਂ ਚੱਲ ਰਹੀਆਂ ਹੈ ਕਿ ਕਹਿ ਰਹੇ ਨੇ ਕੋਈ ਆਪਣਾ ਸ਼ਾਇਦ ਪ੍ਰੋਡਕਟ ਵੇਚਣ ਵਾਸਤੇ ਕਿ ਆਹ ਦਵਾਈ ਜਿਹੜੀ ਹੈ ਉਹ ਕੋਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਕਿਆ ਕੋਈ ਹਜੇ ਦਵਾਈ ਬਣੀ ਹੈ? ਅਗਰ ਬਣੀ ਨਹੀਂ ਹੈ ਤਾਂ ਜਦੋਂ ਡਾਕਟਰ ਕੋਲ ਜਾਂਦੇ ਨੇ, ਜਦੋਂ ਪੇਸ਼ੈਂਟ ਐਡਮਿਟ ਹੋ ਜਾਂਦਾ ਹੈ, ਤਾਂ ਤੁਸੀਂ ਕਿਸ ਤਰੀਕੇ ਦਾ ਟ੍ਰੀਟਮੈਂਟ ਦਿੰਦੇ ਹੋ?
हाँ वही मैं कह रहा कि हजे तक एलोपैथी ਦੇ ਵਿੱਚ ਪ੍ਰੀਵੈਂਸ਼ਨ ਵਾਸਤੇ ਕੋਈ ਦਵਾਈ ਨਹੀਂ ਹੈ। ਲੈਟ ਮੀ ਬੀ ਵੈਰੀ ਕਲੀਅਰ, ਹਜੇ ਤੱਕ ਕੋਈ ਐਲੋਪੈਥਿਕ ਦਵਾਈ ਇਹਨੂੰ ਪ੍ਰੀਵੈਂਟ ਨਹੀਂ ਕਰ ਸਕਦੀ ਕੋਰੋਨਾ ਵਾਇਰਸ ਨੂੰ। ਟ੍ਰੀਟਮੈਂਟ ਵਾਸਤੇ ਜਿਸ ਤਰ੍ਹਾਂ ਮੈਂ ਥੋੜੀ ਦੇਰ ਪਹਿਲੇ ਵੀ ਕਿਹਾ ਸੀਗਾ ਕਿ ਅਗਰ ਪੇਸ਼ੈਂਟ ਐਡਮਿਟ ਹੋ ਜਾਂਦਾ ਸਾਡੇ ਕੋਲ ਔਰ ਉਹਨੂੰ ਸਿਰਫ ਕੋਲਡ ਕਫ ਹੈ ਲੇਕਿਨ ਉਹਨੂੰ ਨਿਮੋਨੀਆ ਨਹੀਂ ਹੈ, ਤਾਂ ਉਹਦੇ ਵਾਸਤੇ ਦੋ ਮੈਡੀਸਿਨਸ ਰਿਕਮੈਂਡਡ ਹੈ ਅੱਜ ਕੱਲ੍ਹ, ਕਲੋਰੋਕੁਇਨ ਔਰ ਟੈਮੀਫਲੂ ਜਿਹੜੀ ਆਪਾਂ ਸਵਾਈਨ ਫਲੂ ਵਾਸਤੇ ਵੀ ਯੂਜ਼ ਕਰਦੇ ਹਾਂ, ਉਹ ਅਸੀਂ ਯੂਜ਼ ਕਰਦੇ ਹਾਂ। 5 ਦਿਨ ਦਾ ਕੋਰਸ ਦਿੰਦੇ ਉਹਦੇ ਨਾਲ ਠੀਕ ਹੋ ਜਾਂਦਾ ਮਤਲਬ ਜਿਹੜਾ ਹੈ। ਔਰ ਜੇ ਨਿਮੋਨੀਆ ਹੋ ਜਾਏ ਪੇਸ਼ੈਂਟ ਨੂੰ ਫਿਰ ਥੋੜਾ ਟ੍ਰੀਟਮੈਂਟ ਡਿਫਿਕਲਟ ਹੁੰਦਾ ਹੈ, ਉਹਦੇ ਵਾਸਤੇ ਵੈਂਟੀਲੇਟਰ ਤੇ ਵੀ ਪਾਣਾ ਪੈਂਦਾ, ਆਈਸੀਯੂ 'ਚ 3 ਤੋਂ 6 ਹਫ਼ਤੇ ਤੱਕ ਰੱਖਣਾ ਪੈ ਸਕਦਾ ਹੈ। ਔਰ ਉਹਦੇ ਵਾਸਤੇ ਵੀ 2-3 ਦਵਾਈਆਂ ਦਾ ਕੋਰਸ ਹੈ। ਸੋ ਆਪਾਂ ਇਹ ਨਹੀਂ ਕਹਿੰਦੇ ਕਿ ਪੇਸ਼ੈਂਟ ਆਈਸੀਯੂ 'ਚ ਐਡਮਿਟ ਹੋ ਗਿਆ ਕਿ ਹੁਣ ਭਗਵਾਨ ਦਾ ਨਾਮ ਲਓ ਕੁਝ ਨਹੀਂ ਹੋ ਸਕਦਾ, ਆਪਾਂ ਦਵਾਈ ਦਿੰਦੇ ਆ ਪਰ ਹਜੇ ਪ੍ਰੂਵਨ ਨਹੀਂ ਹੈਗਾ। ਪਰ ਸਾਡੇ ਕੋਲ ਐਵੀਡੈਂਸ ਕੁਝ ਹੈ, ਮਤਲਬ ਹੈਗਾ ਐਕਸਪੀਰੀਅੰਸ ਕਿ ਜੇ ਦਵਾਈਆਂ ਦੇਵਾਂਗੇ ਤੇ ਉਹਦੇ ਨਾਲ ਥੋੜਾ ਬੈਟਰ ਹੋ ਸਕਦਾ। ਟ੍ਰੈਡੀਸ਼ਨਲ ਕਲਚਰ ਅਪਣਾਉਣਾ ਚਾਹੀਦਾ। ਬਿਲਕੁਲ ਟ੍ਰੈਡੀਸ਼ਨਲ ਜਿਹੜੀਆਂ ਡਾਈਟ ਸੀ ਸਾਡੀਆਂ ਬਹੁਤ ਹੈਲਦੀ ਹੁੰਦੀਆਂ ਸੀ। ਦਾਲ ਸਬਜ਼ੀ ਫੁਲਕਾ ਕੁਕਡ ਅੱਛੀ ਤਰ੍ਹਾਂ ਹੁੰਦੇ ਸੀ, ਅਸੀਂ ਘਰ ਦਾ ਬਣਿਆ ਖਾਣਾ ਖਾਂਦੇ ਸੀਗੇ। ਹੁਣ ਉਹ ਸਾਰੀਆਂ ਚੀਜ਼ਾਂ ਰਿਪਲੇਸ ਹੋ ਗਈਆਂ। ਅਸੀਂ ਆਪਣੀ ਡਾਈਟ ਵਿੱਚ ਫੈਟ ਜ਼ਿਆਦਾ ਲੈਣਾ ਸ਼ੁਰੂ ਕਰਤਾ ਹੈ, ਰਿਫਾਈਨਡ ਮੈਦਾ ਜ਼ਿਆਦਾ ਲੈਣਾ ਸ਼ੁਰੂ ਕਰਤਾ ਹੈ, ਸਾਲਟ ਜ਼ਿਆਦਾ ਲੈਣਾ ਸ਼ੁਰੂ ਕਰਤਾ ਹੈ, ਜਿਹੜੀ ਕਿ ਸਾਡੇ ਇਮਿਊਨ ਸਿਸਟਮ ਨੂੰ ਵੀਕ ਕਰਦਾ ਹੈ। ਅਜੇ ਜੋ ਸੰਖਿਆ ਬਹੁਤ ਘੱਟ ਹੈ, ਵਧੇ ਨਾ, ਕੀ ਪ੍ਰੀਕॉशंस ਚੱਲ ਰਹੇ ਨੇ ਸਰਕਾਰਾਂ ਵੱਲੋਂ? देखिए, सरकार की तरफ से जो भी पेशेंट आ रहे हैं उनको प्रॉपर आइसोलेशन में रखा जा रहा है और उनकी जो कॉन्टैक्ट ट्रेसिंग है, उनको आप कह सकते हैं कि जिनके वो संपर्क में आया था उनको पहचाना जा रहा है और उनको भी आइसोलेशन में सिम्टम के बेसिस पे कोशिश की जा रही है कि उनको भी हम आइसोलेट करें। तो सरकार की तरफ से पूरी इस तरह की तैयारियां हैं और आप देखेंगे कि पूरे अखबारों में टीवी में क्या अवेयरनेस हो सकती है। और आपकी रिंगटोन में भी आपने सुना होगा कि आप कैसे अपने आप को प्रिवेंट कर सकते हैं। प्रिवेंट करने में आपके और मेरे हाथ 3 हाथ की दूरी हो तो ये सोशल डिस्टेंस हो गई। अगर आप कहें कि बार बार हाथ धोना है और अच्छे तरीके से हाथ धोना है, ये सबको मैसेज जा रहा है। हम इसके अलावा अगर बात करें तो हमने ये कहा है कि अगर किसी को भी कोल्ड कफ है तो वो अपने डॉक्टर को कंसल्ट करे और पैनिक ना हो, क्योंकि ये कॉमन फ्लू है, इस समय पोलन का सीजन है, पोलन एलर्जी हो सकती है। तो वो डॉक्टर की सलाह के अनुसार अपनी जो मेडिकेशन है या जो प्रिवेंशन करना है वो करे। ਬਿਲਕੁਲ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਬਿਲਕੁਲ ਜਿਸ ਤਰੀਕੇ ਨਾਲ ਇਹਨਾਂ ਨੇ ਜਵਾਬ ਦਿੱਤੇ, ਕਈ ਸਾਰੇ ਜਵਾਬ ਜ਼ਰੂਰ ਮਿਲੇ ਹੋਣਗੇ ਤੇ ਕਈ ਸਾਰੇ ਲੋਕਾਂ ਦੇ ਵਿੱਚ ਜਿਹੜੀ ਪੈਨਿਕ ਦੀ ਸਥਿਤੀ ਹੈ ਸ਼ਾਇਦ ਉਹਨਾਂ ਨੂੰ ਵੀ ਅਵੇਅਰਨੈਸ ਮਿਲੀ ਹੋਏਗੀ ਕਿ ਪੈਨਿਕ ਦੀ ਲੋੜ ਨਹੀਂ ਹੈ, ਪ੍ਰੀਵੈਂਸ਼ਨ ਹੀ ਜਿਹੜਾ ਉਹ ਸਭ ਨਾਲੋਂ ਬਿਹਤਰ ਹੈ ਕਿ ਤੁਸੀਂ ਉਸ ਚੀਜ਼ ਨੂੰ ਅਪਣਾਓ। ਡਾਈਟ ਦਾ ਵੀ ਧਿਆਨ ਰੱਖੋ, ਕੋਈ ਦਿੱਕਤ ਆਉਂਦੀ ਹੈ ਤੇ ਡਾਕਟਰ ਨਾਲ ਕੰਸਲਟ ਕਰੋ। ਤੇ ਸਰਕਾਰਾਂ ਵੱਲੋਂ ਵੀ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ ਕਿ ਇਸ ਨੂੰ ਪੈਨਿਕ ਜਿਹੜਾ ਫੈਲਿਆ ਜਾ ਰਿਹਾ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਕੈਮਰਾਮੈਨ ਦਲੰਜੇ ਦੇ ਨਾਲ ਨਵੀਨ ਸੇਠੀ, PTC ਨਿਊਜ਼, ਚੰਡੀਗੜ੍ਹ।